जो धर्म नस्ल जात रंग ये सरकार मोढे यूज करती है भी लोग इन्हां पिछे लड़ते रहन। अमीरी ते गरीबी पिछे लड़ाई चलती है जिहदे ओले सरकारां आउंदियां ने। सरकारां मसले सानू होर दिंदियां ने, आपां उन्हां पिछे लड़ी जाने आ। अमीर ਉਹ नहीं है ਜਿਹੜੇ ਪਿੰਡ 'ਚ 20-25 ਕਿੱਲੇ वाला ਹੁੰਦਾ ਤੇ गरीब कहदी ਆਪਾਂ 2 ਕਿੱਲੇ वाला। अमीर ਉਹ ਨੇ ਜਿਨ੍ਹਾਂ ਨੂੰ ਪੈਸਿਆਂ ਦਾ ਹਿਸਾਬ ਰੱਖਣ ਵਾਸਤੇ ਹੀ ਬੰਦੇ ਰੱਖਣੇ ਪੈਂਦੇ ਨੇ। ਜਿਵੇਂ ਅੰਬਾਨੀ ਹੋ ਗਿਆ, ਚਲੋ ਇੱਕ ਬਿਜ਼ਨਸਮੈਨ ਹੋ ਗਿਆ, ਅੰਬਾਨੀ ਅਡਾਨੀ ਹੋ ਗਿਆ। ਆਪਾਂ ਕਹਿੰਦੇ ਵੀ ਉਹ ਜਿਹੜੇ ਬਿੱਲ ਨੇ ਕਾਨੂੰਨ ਨੇ ਉਹਨਾਂ ਨੇ ਸਪਾਂਸਰ ਕੀਤੇ ਨੇ, ਜਦ ਕਿ ਇਹਦੀ ਜੜ ਆ ਜਿਹੜੀ ਉਹ ਅਮਰੀਕਾ ਤੋਂ ਆਈ ਹੋਈ ਆ। IMF ਹੋ ਗਿਆ, ਇੰਟਰਨੈਸ਼ਨਲ ਮੋਨੀਟਰੀ ਫੰਡ ਹੋ ਗਿਆ ਜਾਂ ਵਰਲਡ ਬੈਂਕ ਹੋ ਗਿਆ, ਉਹ ਦੇਸ਼ਾਂ ਨੂੰ ਪੈਸਾ ਦਿੰਦੇ ਨੇ ਵੀ ਤੁਸੀਂ ਇਨਵੈਸਟ ਕਰੋ। ਜਦੋਂ ਅਮਰੀਕਾ ਆਜ਼ਾਦ ਹੋਇਆ ਉੱਥੇ 50% ਕਿਸਾਨ ਸੀਗੇ ਤੇ ਅੱਜ ਉੱਥੇ 2% ਕਿਸਾਨ ਨੇ। ਕਿਸਾਨ ਵੀ ਕਾਹਦੇ, ਉਹ ਮੈਨੇਜਰ ਰਹਿ ਗਏ ਫਾਰਮਾਂ ਦੇ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰਾਮ ਰਾਮ ਸਲਾਮ। ਤੇ ਸਭ ਤੋਂ ਪਹਿਲਾਂ ਜਿਹੜੀ ਗੱਲ ਸਮਝਣ ਵਾਲੀ ਆਪਾਂ ਬੇਸ ਤਾਂ ਸਾਰੇ ਜਾਣਦੇ ਹਾਂ ਵੀ 3 ਕਾਨੂੰਨ ਨੇ ਤੇ MSP ਦੀ ਗਰੰਟੀ ਆਪਾਂ ਚਾਹੁੰਦੇ ਹਾਂ। ਜਿਹੜੇ 3 ਕਾਨੂੰਨ ਨੇ ਰੱਦ ਹੋਣੇ ਚਾਹੀਦੇ ਨੇ, ਪਰ ਇਹਦੇ ਨਾਲ ਇੱਕ ਗੱਲ ਹੋਰ ਆ ਵੀ ਆਪਾਂ ਨੂੰ ਇਹ ਸਮਝਣ ਦੀ ਬੜੀ ਜ਼ਰੂਰਤ ਆ ਕਿ ਅਸਲ ਮਸਲਾ ਹੈਗਾ ਕੀ ਆ। ਜੋ ਧਰਮ ਨਸਲ ਜਾਤ ਰੰਗ ਇਹ ਸਰਕਾਰ ਮੋਢੇ ਯੂਜ਼ ਕਰਦੀ ਹੈ ਵੀ ਲੋਕ ਇਹਨਾਂ ਪਿੱਛੇ ਲੜਦੇ ਰਹਿਣ, ਜਦ ਕਿ ਜੇ ਤੁਸੀਂ ਡੂੰਘਾਈ 'ਚ ਸੋਚੋਗੇ ਤਾਂ ਤੁਹਾਨੂੰ ਇੱਕ ਗੱਲ ਨਿਕਲ ਕੇ ਆਊਗੀ। ਗੱਲ ਹੈਗੀ ਆ ਸਿਰਫ ਪੈਸੇ ਦੀ ਵੰਡ ਦੀ। ਅਮੀਰੀ ਤੇ ਗਰੀਬੀ ਪਿੱਛੇ ਲੜਾਈ ਚੱਲਦੀ ਹੈ ਜਿਹਦੇ ਓਲੇ ਸਰਕਾਰਾਂ ਆਉਂਦੀਆਂ ਨੇ। ਸਰਕਾਰਾਂ ਮਸਲੇ ਸਾਨੂੰ ਹੋਰ ਦਿੰਦੀਆਂ ਨੇ, ਆਪਾਂ ਉਹਨਾਂ ਪਿੱਛੇ ਲੜੀ ਜਾਂਦੇ ਆ। ਅਮੀਰ ਉਹ ਨਹੀਂ ਹੈਗੇ ਜਿਹੜੇ ਪਿੰਡ 'ਚ 20-25 ਕਿੱਲੇ ਵਾਲਾ ਹੁੰਦਾ ਤੇ ਗਰੀਬ ਕਹਿਦੀ ਆਪਾਂ 2 ਕਿੱਲੇ ਵਾਲਾ। ਅਮੀਰ ਉਹ ਨੇ ਜਿਨ੍ਹਾਂ ਨੂੰ ਪੈਸਿਆਂ ਦਾ ਹਿਸਾਬ ਰੱਖਣ ਵਾਸਤੇ ਹੀ ਬੰਦੇ ਰੱਖਣੇ ਪੈਂਦੇ ਨੇ। ਅੰਬਾਨੀ ਹੋ ਗਿਆ, ਅਡਾਨੀ ਹੋ ਗਿਆ। ਤਾਂ ਸਭ ਤੋਂ ਪਹਿਲਾਂ ਇਹ ਗੱਲ ਸਮਝੋ ਵੀ ਜੋ ਆਰਥਿਕ ਪੱਧਰ ਤੇ ਲੜਾਈ ਹੈ ਆਪਾਂ ਉਹਨੂੰ ਮਜ਼ਬੂਤ ਕਰਨਾ ਹੈ ਤੇ ਉਹਦੇ ਪਿੱਛੇ ਹੀ ਲੜਨਾ ਹੈ। ਧਰਮ ਦੀ ਗੱਲ ਇੱਕ ਬੰਦੇ ਦੀ ਵਿਅਕਤੀਗਤ ਤੌਰ ਤੇ ਹੁੰਦੀ ਹੈ, ਉਹ ਬੰਦੇ ਦੀ ਸ਼ਰਧਾ ਹੁੰਦੀ ਹੈ, ਬੰਦੇ ਦੀ ਆਸਥਾ ਹੁੰਦੀ ਹੈ, ਉਦੋਂ ਤੱਕ ਹੀ ਚੰਗੀ ਹੈ ਜਦੋਂ ਬੰਦੇ ਤੱਕ ਰਹਿੰਦੀ ਹੈ। ਉਹ ਤੋਂ ਬਾਅਦ ਉਹਦਾ ਮਖੌਲ ਹੋ ਜਾਂਦਾ ਹੈ। ਕੋਈ ਇਹਨੂੰ ਬਰੀਕੀ 'ਚ ਜਾਊਗਾ ਸਮਝੂਗਾ ਤਾਂ ਪਤਾ ਲੱਗੂਗਾ। ਤੇ ਤੋਂ ਬਾਅਦ ਜਿਹੜੀ ਗੱਲ ਆ ਵੀ ਪੈਸੇ ਦੀ ਵੰਡ ਦੀ, ਉਹ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਜਿਵੇਂ ਅੰਬਾਨੀ ਹੋ ਗਿਆ, ਚਲੋ ਇੱਕ ਬਿਜ਼ਨਸਮੈਨ ਹੋ ਗਿਆ, ਅੰਬਾਨੀ ਅਡਾਨੀ ਹੋ ਗਿਆ। ਉਹ ਭਾਰਤ ਨੂੰ ਆਪਾਂ ਕਹਿੰਦੇ ਆ ਵੀ ਉਹ ਜਿਹੜੇ ਇਹ ਬਿੱਲ ਨੇ ਕਾਨੂੰਨ ਨੇ ਉਹਨਾਂ ਨੇ ਸਪਾਂਸਰ ਕੀਤੇ ਨੇ, ਜਦ ਕਿ ਇਹਦੀ ਜੜ ਆ ਜਿਹੜੀ ਉਹ ਅਮਰੀਕਾ ਤੋਂ ਆਈ ਹੋਈ ਆ। ਜਿਹੜੀਆਂ ਅਮਰੀਕਾ ਨੇ ਕੰਪਨੀਆਂ ਬਣਾਈਆਂ ਹੋਈਆਂ ਨੇ ਜਾਂ ਸੰਸਥਾਵਾਂ ਬਣਾਈਆਂ ਹੋਈਆਂ ਨੇ, IMF ਹੋ ਗਿਆ, ਇੰਟਰਨੈਸ਼ਨਲ ਮੋਨੀਟਰੀ ਫੰਡ ਹੋ ਗਿਆ ਜਾਂ ਵਰਲਡ ਬੈਂਕ ਹੋ ਗਿਆ, ਉਹ ਦੇਸ਼ਾਂ ਨੂੰ ਪੈਸਾ ਦਿੰਦੇ ਨੇ ਵੀ ਤੁਸੀਂ ਇਨਵੈਸਟ ਕਰੋ। ਪਰ ਉਹ ਪਬਲਿਕ ਸੈਕਟਰ ਵਾਸਤੇ ਪੈਸਾ ਨਹੀਂ ਦਿੰਦੇ ਹੈਗੇ। ਜਿੱਥੇ ਪਬਲਿਕ ਸੈਕਟਰ ਹੋ ਗਿਆ ਉੱਥੇ ਸਰਕਾਰੀ ਡਿਪਾਰਟਮੈਂਟ ਹੋਣਗੇ ਤੇ ਉੱਥੇ ਲੋਕਾਂ ਨੂੰ ਫਾਇਦਾ ਹੋਊਗਾ। ਉਹ ਕਹਿੰਦੇ ਨੇ ਵੀ ਪ੍ਰਾਈਵੇਟ ਇਨਵੈਸਟਮੈਂਟ ਕਰੋ ਜਿੰਨੀ ਮਰਜ਼ੀ, ਤੁਹਾਨੂੰ ਪੈਸਾ ਵਾਧੂ ਦੇਵਾਂਗੇ। ਜਦੋਂ ਅਮਰੀਕਾ ਆਜ਼ਾਦ ਹੋਇਆ ਉੱਥੇ 50% ਕਿਸਾਨ ਸੀਗੇ ਤੇ ਅੱਜ ਉੱਥੇ 2% ਕਿਸਾਨ ਨੇ। ਕਿਸਾਨ ਵੀ ਕਾਹਦੇ, ਉਹ ਮੈਨੇਜਰ ਰਹਿ ਗਏ ਫਾਰਮਾਂ ਦੇ। ਜਿਵੇਂ ਆਪਾਂ ਸੁਣਦੇ ਹਾਂ ਆਪਣੇ ਰਿਸ਼ਤੇਦਾਰ ਗਏ ਹੁੰਦੇ ਨੇ ਵੀ ਉੱਥੇ ਦਾ ਭਾਈ ਏਕੜ ਨੇ, ਹਜ਼ਾਰ ਕਿੱਲੇ ਦੇ ਫਾਰਮ ਨੇ, ਆਏ ਆ ਉਹ ਹੈ। ਉਹ ਮੈਨੇਜਰ ਰੱਖੇ ਹੋਏ ਨੇ ਉਹਨਾਂ ਦੇ, ਵੀ ਮੈਨੇਜਰ ਸਾਂਭਦੇ ਨੇ ਖੇਤੀ ਨੂੰ। ਜ਼ਮੀਨ ਤਾਂ ਉਨੀ ਓ ਸੀਗੀ, ਵਾਹੀ ਉਹਦੀ ਸਰਕਾਰ ਦੇ ਹੱਥਾਂ 'ਚ ਲਾ ਲਓ, ਪ੍ਰਾਈਵੇਟ ਬੰਦਿਆਂ ਲਵੇ ਬਾਗੀ, ਉਹਦਾ ਮੁਨਾਫਾ ਉਹਨਾਂ ਲਵੇ ਵਗ ਗਿਆ। ਉਹ ਲੋਕ ਤਾਂ ਚਲੋ ਸੀਗੇ ਮਾੜੇ ਮੋਟੇ ਪੜ੍ਹੇ ਲਿਖੇ, ਉਹ ਸਰਵਿਸ ਸੈਕਟਰ 'ਚ ਹੋ ਗਏ, ਆਪਣਾ ਗੁਜ਼ਾਰਾ ਕਰ ਲੈਂਦੇ ਨੇ ਉਹ। ਪਰ ਆਪਾਂ ਨੂੰ ਉਨੀ ਸੂਝ ਵੀ ਨਹੀਂ ਹੈਗੀ, ਨਾ ਆਪਾਂ ਇੰਨੇ ਪੜ੍ਹੇ ਲਿਖੇ ਹਾਂ। ਤੇ ਆਪਾਂ ਆਪਣੀ ਪਿਛਲੀ ਪੀੜ੍ਹੀ ਵੀ ਦੇਖੀ ਆ ਤੇ ਅਗਲੀ ਵੀ ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ, ਤੁਸੀਂ ਸਾਰੇ ਸਮਝਦਾਰ ਹੋ। ਤੇ ਜਿਹੜੀ ਪੈਸੇ ਦੀ ਗੱਲ ਸ਼ੁਰੂ ਹੁੰਦੀ ਆ ਵੰਡ ਦੀ, ਉਹ ਉੱਥੋਂ ਹੀ ਹੁੰਦੀ ਹੈ। ਉਹ ਕਹਿੰਦੇ ਨੇ ਵੀ ਥੋਥੋਂ ਨਹੀਂ ਹੋਇਆ ਹੈਗਾ। ਜਿਵੇਂ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਇੱਥੇ 75 ਤੋਂ 80% ਕਿਸਾਨ ਸੀਗੇ ਤੇ ਹੁਣ ਵੀ 65 ਤੋਂ 70% ਹੈਗੇ ਨੇ। ਉਹ ਕਹਿੰਦੇ ਵੀ ਥੋਥੋਂ ਨਹੀਂ ਇਹ 2% ਹੋਏ, ਅਸੀਂ ਕਰਾਂਗੇ। ਅਸੀਂ ਕਿਵੇਂ ਕਰਾਂਗੇ? ਡਰਾਫਟ ਦੇਤਾ ਵੀ ਇਹਨੂੰ ਲਾਗੂ ਕਰ ਦਿਓ। ਮੰਤਰੀਆਂ ਦੀਆਂ, ਸਰਕਾਰਾਂ ਦੀਆਂ ਨਬਜ਼ਾਂ ਹੁੰਦੀਆਂ ਨੇ ਬਿਜ਼ਨਸਮੈਨਾਂ ਲਵੇ ਫੜੀਆਂ ਹੋਈਆਂ। IMF ਦੇ ਵਿੱਚ ਜੇ ਕੋਈ ਫੈਸਲਾ ਪਾਸ ਕਰਨਾ ਹੁੰਦਾ ਉੱਥੇ 85% ਵੋਟਿੰਗ ਦੇ ਜਿਹੜੇ ਰਾਈਟ ਨੇ, ਉਹ 85% ਵੋਟਿੰਗ ਹੱਕ 'ਚ ਹੋਣੀ ਚਾਹੀਦੀ ਹੈ ਕਿਸੇ ਮਤੇ ਦੇ, ਉਹ ਤਾਂ ਪਾਸ ਹੁੰਦਾ। ਜਦ ਕਿ ਜਿਹੜੇ ਉਹ ਵੋਟਿੰਗ ਦੇ ਰਾਈਟ ਨੇ ਅਮਰੀਕਾ ਕੋਲੇ 16 ਨੇ, 16% ਉਹਦੇ ਲਵੇ ਨੇ। ਜੇ ਇੱਕ ਪਾਸੇ ਸਾਰਾ ਜਹਾਨ ਸਮਝ ਕੇ ਕੋਈ ਗੱਲ ਖੜ ਵੀ ਜਾਵੇ ਤਾਂ ਵੀ ਸਾਰੇ ਦੇਸ਼ ਆਪਣੀ ਗੱਲ ਨਹੀਂ ਮਨਵਾ ਸਕਦੇ, ਉਹ 84% ਰਹਿ ਜੂਗਾ।
ਗੱਲ 85 ਤੇ ਅੜ ਜਾਂਦੀ ਹੈ ਵੀ ਜੋ ਅਮਰੀਕਾ ਕਹੂਗਾ ਉਹੀ ਲਾਗੂ ਹੋਊਗਾ। ਇਹਨਾਂ ਗੱਲਾਂ ਨੂੰ ਆਪਾਂ ਇਹ ਨਾ ਸਮਝੇ ਵੀ ਇਹ ਦੂਜੇ ਧਰਨੇ ਨੇ, ਇਹ ਆਪਣੇ ਤੱਕ ਹੀ ਸੀਮਤ ਆ। ਇਹ ਮਾਰ ਆਪਣੇ ਦੇਸ਼ ਤੇ ਨਹੀਂ, ਇਹ ਵਰਲਡ ਲੈਵਲ ਦੀ ਗੱਲ ਆ। ਇਹ ਸਾਰਿਆਂ ਨੂੰ ਇੱਕ ਕਰਨਾ ਚਾਹੁੰਦੇ ਨੇ। ਸਾਰਾ ਇੱਕ ਤਾਂ ਕੁਦਰਤ ਦਾ ਕਾਨੂੰਨ ਵੀ ਨਹੀਂ ਹੈਗਾ। ਬਾਬਾ ਨਾਨਕ ਕਹਿ ਗਿਆ ਵੀ ਇਹ ਰੰਗ ਬਿਰੰਗੀ ਫੁਲਵਾੜੀ ਆ, ਐਂ ਰਹਿਣੀ ਹੈ। ਤੇ ਜਿਹੜਾ ਪੈਸੇ ਦਾ ਚੱਕਰ ਆ ਸਾਰਾ ਉੱਥੋਂ ਪਿਆ ਹੋਇਆ। ਉਹ ਇਹੋ ਜਿਹੀਆਂ ਨੀਤੀਆਂ ਦਿੱਤੀਆਂ ਨੇ ਉਹਨਾਂ ਨੇ ਵੀ ਆਹ ਲਾਗੂ ਕਰ ਦਿਓ, ਇਹ ਤੋਂ ਬਾਅਦ ਨਿਚੋੜ ਕੱਢ ਕੇ ਸਾਰਾ ਆਪਣੇ ਲਵੇ ਆ ਜਾਊਗਾ। ਤੇ ਜਿਹੜੀ ਉਹ ਤੋਂ ਅੱਗੇ ਗੱਲ ਆ ਵੀ ਪੰਜਾਬ ਤੇ ਹਰਿਆਣੇ 'ਚ 20-30 ਹਜ਼ਾਰ ਕਰੋੜ ਦੇ ਪ੍ਰੋਜੈਕਟ ਲੱਗਣਗੇ ਖੇਤੀ ਨੂੰ ਦੱਬਣੇ ਵਾਸਤੇ, ਜੋ ਕੱਲਾ ਅੰਬਾਨੀ ਅਡਾਨੀ ਦੇ ਹੱਥ ਨਹੀਂ ਹੈਗਾ। ਉਹਨੂੰ ਉਹ ਸਪਾਂਸਰ ਕਰਨਗੇ ਜੋ ਅਮਰੀਕਾ ਦੀਆਂ ਕੰਪਨੀਆਂ ਨੇ। IMF ਨੂੰ ਉਹ ਫੰਡ ਦਿੰਦੀਆਂ ਨੇ, ਉਹ ਸਰਕਾਰ ਨੂੰ ਦਿੰਦੀਆਂ ਨੇ ਅਮਰੀਕਾ ਉੱਥੇ ਪੈਸਾ ਦਿੰਦਾ ਤੇ ਕਹਿੰਦੇ ਨੇ ਅਮਰੀਕਾ ਲਵੇ ਜ਼ਿਆਦਾ ਰਾਈਟ ਤਾਂ ਨੇ ਵੀ ਅਸੀਂ ਉਹਨੂੰ ਸਪਾਂਸਰ ਕਰਦੇ ਹਾਂ, ਅਸੀਂ ਉਹਨੂੰ ਪੈਸਾ ਦਿੰਦੇ ਹਾਂ ਜ਼ਿਆਦਾ। ਤਾਂ ਜਿਹੜੀ ਗੱਲ ਘੁੰਮ ਕੇ ਆਈ ਹੋਈ ਆ, ਕਹਿੰਦੇ ਤਾਂ ਉਹ ਡੈਮੋਕ੍ਰੇਸੀਕਲੀ ਨੇ ਵੀ ਇਹ ਸਾਰਾ ਡੈਮੋਕ੍ਰੇਟਿਕ ਆ ਇਹ। ਪਰ ਡੈਮੋਕ੍ਰੇਟਿਕ ਤੁਸੀਂ ਆਪ ਸੋਚ ਸਕਦੇ ਹੋ ਵੀ ਜਿੱਥੇ ਫੈਸਲਾ ਹੀ ਨਹੀਂ ਹੋ ਸਕਦਾ ਹੈਗਾ ਲੋਕਾਂ ਦੇ ਬਹੁਮਤ ਨਾਲ ਜਾਂ ਲੋਕਾਂ ਦੀ ਸੂਝ ਨਾਲ, ਤਾਂ ਫਿਰ ਉਹ ਡੈਮੋਕ੍ਰੇਸੀ ਕਿੱਥੇ ਰਹਿ ਗਈ? ਉਹ ਤਾਂ ਫਿਰ ਘਾਣ ਹੋ ਗਿਆ। ਤਾਂ ਆਪਾਂ ਜੇ ਕੋਈ ਵੀ ਕਾਲ ਆਉਂਦੀ ਹੈ ਜਿਵੇਂ 26 ਦੀ ਸੀਗੀ ਜਾਂ ਅੱਗੇ ਇੱਦਾਂ ਦੀ ਕੋਈ ਕਾਲ ਆਉਂਦੀ ਆ ਵੱਡੇ ਪ੍ਰੋਗਰਾਮ ਦੀ, ਤਾਂ ਆਪਾਂ ਨੇ ਐ ਨਹੀਂ ਕਰਨਾ ਵੀ ਜਿਵੇਂ ਜਥੇਬੰਦੀਆਂ ਜਾਂ ਆਪਾਂ ਨੂੰ ਕਹਿਤਾ ਵੀ ਹਾਂ ਭਾਈ ਐਂ ਤੋਂ ਐਂ ਹੋਊਗਾ। ਹਰ ਗੱਲ ਨੂੰ ਸ਼ਾਮ ਨੂੰ ਘਰੇ ਬਹਿ ਕੇ ਟਰਾਲੀ 'ਚ ਬਹਿ ਕੇ ਹਰ ਗੱਲ ਨੂੰ ਸਮਝੋ, ਉਹਨੂੰ ਵਿਚਾਰੋ। ਇਹ ਇਕੱਲੀ 2-4 ਸਾਲਾਂ ਦੀ ਗੱਲ ਨਹੀਂ ਹੈਗੀ ਵੀ ਇਹ ਆਪਣੇ ਤੇ ਇਕੱਲੇ ਮਾਰ ਪੈਣਗੀ। ਇਹ ਇੰਨੀ ਕੁ ਖਰਾਬ ਹੋਣਗੇ ਹਾਲਤ ਜਿਹੜੇ ਕਾਨੂੰਨ ਨੇ ਇਹਨਾਂ ਨਾਲ ਵੀ ਆਉਣ ਵਾਲੇ ਸਮੇਂ 'ਚ ਵੋਟਾਂ ਪੈਣੀਆਂ ਵੀ ਸ਼ਾਇਦ ਬੰਦ ਹੋ ਜਾਣ। ਕਿਉਂਕਿ ਜਦੋਂ ਸਾਰਾ ਕੁਝ ਪ੍ਰਾਈਵੇਟ ਹੀ ਹੋ ਗਿਆ, ਸਰਕਾਰ ਨੂੰ ਸਿਰਫ ਜਿਹੜੇ ਪ੍ਰਾਈਵੇਟੇਸ਼ਨ ਵਾਲੇ ਬੰਦੇ ਨੇ ਇੱਕ ਗੱਲ ਕਹਿੰਦੇ ਨੇ ਵੀ ਤੁਸੀਂ ਬਸ ਡੰਡਾ ਸਾਂਭੋ, ਲਾਅ ਐਂਡ ਆਰਡਰ ਮੇਨਟੇਨ ਕਰੋ, ਬਾਕੀ ਸਾਰਾ ਕੁਝ ਅਸੀਂ ਦੇਖਾਂਗੇ। ਜਿਹੜੇ ਕਾਨੂੰਨ ਬਣਾਉਂਦੇ ਨੇ ਉਹ ਕਾਨੂੰਨ ਦੇ ਦੁਆਲੇ ਘੁੰਮਦੇ ਹੋਏ ਇੰਨੇ ਕੁ ਮਤਲਬ ਬਰੀਕੀ ਤਣਦੇ ਨੇ ਵੀ ਬੰਦਾ ਉਹਦੇ 'ਚ ਨੁਕਸਾਨ ਬੰਦਾ ਤਾਂ ਕੱਢ ਨਹੀਂ ਸਕਦਾ ਹੈਗਾ। ਇਹ ਚਲੋ ਆਪਾਂ ਨੂੰ ਸੋਝੀ ਪਾਤੀ ਪ੍ਰਮਾਤਮਾ ਨੇ, ਆਪਾਂ ਇਹਨਾਂ ਗੱਲਾਂ ਨੂੰ ਸਮਝੇ। ਤੇ ਕੋਈ ਵੀ ਕਾਲ ਆਉਂਦੀ ਆ ਆਪ ਜ਼ਿੰਮੇਦਾਰ ਹੋ ਕੇ ਉਹਨੂੰ ਸਿਰੇ ਲਾਓ। ਜੇ ਆਪਣਾ ਪ੍ਰੋਟੈਸਟ ਜਿੰਨਾ ਵੱਧ ਹੋਊਗਾ, ਜਿੰਨਾ ਇਹਦਾ ਵੱਧ ਗਾਹ ਪਊਗਾ, ਉਹਨਾਂ ਦੁਨੀਆ 'ਚ ਪ੍ਰੋਟੈਸਟ ਹੋਣਗੇ। ਇਹ ਗੱਲਾਂ IMF ਤੱਕ ਜੁੜੀਆਂ ਹੋਈਆਂ ਨੇ। ਇਹ ਉੱਥੇ ਤਾਂ ਹੀ ਰੱਦ ਹੋਣਗੇ ਆਪਣੇ ਦੇਸ਼ 'ਚ ਇਹ ਕਾਨੂੰਨ ਜੇ ਆਪਾਂ ਇਹਨਾਂ ਨੂੰ ਵੱਡੇ ਪੱਧਰ ਤੇ ਪ੍ਰੋਟੈਸਟ ਕਰਾਂਗੇ। ਤੇ ਲੋਕ ਬਾਹਰਲੇ ਦੇਸ਼ਾਂ 'ਚ ਵੀ ਕਰਨਗੇ, ਪਹਿਲਾਂ ਵੀ ਹੋ ਰਹੇ ਨੇ ਤੇ ਹੋਰ ਵੀ ਹੋਣਗੇ। ਸੋ ਸਭ ਨੂੰ ਮੇਰੀ ਇਹੀ ਬੇਨਤੀ ਆ ਕਿ ਇਹ ਹੰਭਲਾ ਆਪਣੇ ਵਾਸਤੇ ਨਹੀਂ ਇਕੱਲਾ, ਇਹ ਆਪਣੀ ਪੀੜ੍ਹੀਆਂ ਵਾਸਤੇ ਆ। ਜਿਹੜੀਆਂ ਆਪਾਂ ਇੱਜ਼ਤਾਂ ਪਿੱਛੇ ਅੱਜ ਲੜਦੇ ਫਿਰਦੇ ਆਂ, ਅਣਖ ਕਹਿੰਦੇ ਆਪਾਂ, ਉਹਦਾ ਕੋਈ ਮਹੱਤਵ ਨਹੀਂ ਰਹਿਣਾ। ਨਾ ਆਪਣੇ ਲਵੇ ਗੱਡੀਆਂ ਰਹਿਣੀਆਂ ਨੇ, ਨਾ ਮੋਟਰਸਾਈਕਲ ਰਹਿਣੇ ਨੇ। ਜਦੋਂ ਗਰੀਬੀ ਇੰਨੀ ਹੋ ਗਈ ਵੀ ਆਪਾਂ ਰੋਟੀ ਦੇ ਮੁਹਤਾਜ ਹੋ ਗਏ, ਤਾਂ ਫਿਰ ਰੱਬ ਦੀ ਬੰਦਗੀ ਵੀ ਨਹੀਂ ਹੋਣੀ ਹੈਗੀ। ਤਾਂ ਸਾਰੀਆਂ ਗੱਲਾਂ ਜਿਹੜੀਆਂ ਜੁੜਦੀਆਂ ਨੇ, ਸ਼ੁਰੂ ਹੁੰਦੀਆਂ ਨੇ, ਉਹ ਆਰਥਿਕ ਤੌਰ ਤੇ ਹੁੰਦੀਆਂ ਨੇ। ਆਰਥਿਕ ਸਮਾਨਤਾ ਜ਼ਰੂਰੀ ਆ। ਬੰਦਿਆਂ ਲਵੇ ਆਪਣੀ ਬੇਸਿਕ ਨੀਡ ਵਾਸਤੇ ਪੈਸਾ ਹੋਣਾ ਚਾਹੀਦਾ। ਸੋ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਇਹਨਾਂ ਗੱਲਾਂ ਨੂੰ ਸਮਝੋ ਤੇ ਵਿਚਾਰੋ ਤੇ ਵੱਧ ਚੜ ਕੇ ਇਹਦੇ 'ਚ ਹਿੱਸਾ ਪਾਓ। ਤੇ ਇੱਥੋਂ ਗੈਰ ਹਾਜ਼ਰ ਹੋਣ ਬਾਰੇ ਤਾਂ ਸੋਚਣਾ ਨਹੀਂ ਹੈਗਾ ਆਪਾਂ ਨੇ, ਇਹ ਜਿੱਤ ਕੇ ਹੀ ਜਾਣਾ ਹੈ। ਇਹ ਤੋਂ ਬਿਨਾਂ ਹੋਰ ਕੋਈ ਗੱਲ ਦਿਮਾਗ 'ਚ ਨਹੀਂ ਆਉਣੀ ਚਾਹੀਦੀ। ਬਾਰੀਆਂ ਬੰਨ ਲੀਆਂ ਪਿੰਡਾਂ 'ਚ ਤੇ ਕੰਮ ਹੁਣ ਪੱਕੇ ਪੈ ਗਏ। ਤੇ ਵੱਧ ਤੋਂ ਵੱਧ ਆਪਸ 'ਚ ਇਹੀ ਗੱਲਾਂ ਕਰਿਆ ਕਰੋ, ਬਜਾਏ ਆਪਾਂ ਹੋਰ ਗੱਲਾਂ ਕਰਦੇ ਹਾਂ ਤਾਸ਼ ਖੇਡ ਲਈ, ਇੱਧਰ ਹੋ ਗਏ ਉੱਧਰ ਹੋ ਗਏ, ਉਹ ਵੀ ਕਰੋ। ਪਰ ਇਹ ਗੱਲਾਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ। ਧਰਨੇ ਨੂੰ ਵੀ ਇਹ ਜਿਵੇਂ ਆਪਾਂ ਰੋਟੀ ਖਾਉਂਦੇ ਹਾਂ, ਤਾਂ ਉਹ ਇਹ ਆਪਣਾ ਧਰਨਾ ਵੀ ਉੱਦਾਂ ਹੀ ਆਪਣੀ ਜ਼ਿੰਦਗੀ ਦਾ ਇੱਕ ਆਪਣਾ ਪਾਰਟ ਬਣਾ ਲਓ ਪੱਕਾ, ਵੀ ਇਹ ਵੀ ਸਾਡੇ ਨਾਲ ਹੁਣ ਜੁੜ ਗਿਆ। ਇਹ ਤਾਂ ਹੀ ਆਪਾਂ ਇਤਿਹਾਸ 'ਚ ਆਪਣੀ ਇੱਕ ਇਹੋ ਜਿਹੀ ਜਿਹੜੀ ਆਪਣੀ ਪਿੱਛੇ ਛਵੀ ਰਹੀ ਆ ਉਹਨੂੰ ਸਾਬਤ ਕਰ ਸਕਦੇ ਹਾਂ ਵੀ ਹਾਂ ਅਸੀਂ ਉਹਦੇ ਵਾਰਸ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।